ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਥ ਪ੍ਰਚਾਰ ਟੀਵੀ ਤੇ ਮੈਂ ਸੁਖਦੇਵ ਸਿੰਘ ਕੰਬੋਕੇ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਗੁਰਬਾਣੀ ਦੇ ਇਹਨਾਂ ਪ੍ਰਮਾਣਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਕੌਮ ਦੇ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਕੌਮ ਦੀ ਅਣਖ ਅਤੇ ਆਣ ਸ਼ਾਨ ਵਾਸਤੇ ਉਹਨਾਂ ਨੇ ਆਪਣਾ ਆਪ ਨਿਛਾਵਰ ਕੀਤਾ। ਐਸੇ ਹੀ ਇੱਕ ਸ਼ਹੀਦ ਦੀ ਗੱਲ ਕਰਨ ਲੱਗੇ ਹਾਂ, ਇੱਕ ਸੂਰਬੀਰ ਬਹਾਦਰ ਯੋਧੇ ਦੀ ਗੱਲ ਕਰਨ ਲੱਗੇ ਹਾਂ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰਤਾ ਨੂੰ ਬਹਾਲ ਰੱਖਿਆ ਸੀ। ਬਾਬਾ ਸੁੱਖਾ ਸਿੰਘ ਸਾਹਿਬ ਜੀ ਮਾੜੀ ਕੰਬੋਕੇ, ਬਾਬਾ ਮਹਿਤਾਬ ਸਿੰਘ ਜੀ ਮੀਰਾਂਕੋਟ, ਇਹਨਾਂ ਯੋਧਿਆਂ ਨੇ ਬੀਕਾਨੇਰ ਤੋਂ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਦਾ ਬਦਲਾ ਲਿਆ ਅਤੇ ਮੱਸੇ ਰੰਗੜ ਨੂੰ ਵੱਢ ਕੇ ਉਹਨਾਂ ਕੌਮ ਦੀ ਲੱਥੀ ਹੋਈ ਪੱਗ ਨੂੰ ਸਿਰ 'ਤੇ ਰੱਖਿਆ। ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਢਾਬ ਸਾਹਿਬ, ਪਿੰਡ ਮਾੜੀ ਕੰਬੋਕੇ। ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਪਾਵਨ ਅਸਥਾਨ ਹੈ। ਉੱਥੋਂ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਉਹ ਸਾਡੇ ਨਾਲ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਾਬਾ ਸੁੱਖਾ ਸਿੰਘ ਜੀ ਦੇ ਇਤਿਹਾਸ ਬਾਰੇ ਅਤੇ ਜੋ ਮੌਜੂਦਾ ਸਮੇਂ ਦੇ ਵਿੱਚ ਇੱਥੇ ਸੇਵਾਵਾਂ ਚੱਲ ਰਹੀਆਂ, ਆਪਾਂ ਸਾਰੀ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾਂ ਬਾਬਾ ਜੀ ਦੇ ਨਾਲ ਆਪਾਂ ਫਤਿਹ ਦੀ ਸਾਂਝ ਕਰਕੇ ਗੱਲਬਾਤ ਸ਼ੁਰੂ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਤੁਸੀਂ ਇੱਥੋਂ ਦੇ ਮੁੱਖ ਸੇਵਾਦਾਰ ਜੇ, ਕੀ ਇਸ ਗੁਰਦੁਆਰਾ ਢਾਬ ਸਾਹਿਬ ਦਾ ਇਤਿਹਾਸਕ ਜਿਹੜਾ ਪੱਖ ਆ ਉਹ ਕਿਹੜਾ ਇਸ ਗੁਰਦੁਆਰਾ ਸਾਹਿਬ ਨਾਲ ਜੁੜਦਾ? ਕੀ ਇਤਿਹਾਸ ਕੀ ਹੈ ਗੁਰਦੁਆਰਾ ਸਾਹਿਬ ਦਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਇਹ ਪਾਵਨ ਪਵਿੱਤਰ ਅਸਥਾਨ, ਜਿਸ ਥਾਂ 'ਤੇ ਆਪਾਂ ਅੱਜ ਬੈਠੇ ਹਾਂ, ਇਸ ਦਾ ਨਾਮ ਗੁਰਦੁਆਰਾ ਢਾਬ ਸਾਹਿਬ ਹੈ। ਜੋ ਕੌਮ ਦੇ ਮਹਾਨ ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਜਿਨ੍ਹਾਂ ਨੂੰ ਛੋਟੀ ਉਮਰ ਦੇ ਵਿੱਚ ਇਹ ਲਾਗਣਾ ਲੱਗੀ ਸੀ ਕਿ ਜੋ ਤੁਸੀਂ ਗੁਰਬਾਣੀ ਦੀ ਪੰਕਤੀ ਪੜ੍ਹੀ ਹੈ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹ ਗੁਰਬਾਣੀ ਦੀਆਂ ਪੰਕਤੀਆਂ ਉਹਨਾਂ 'ਤੇ ਢੁੱਕਦੀਆਂ ਨੇ। ਉਹਨਾਂ ਨੇ ਛੋਟੀ ਅਵਸਥਾ ਦੇ ਵਿੱਚ, ਜੇ ਮੈਂ ਸ਼ੁਰੂ ਤੋਂ ਪਿੱਛੋਂ ਥੋੜ੍ਹਾ ਜਿਹਾ ਇਤਿਹਾਸ ਸ਼ੁਰੂ ਕਰਾਂ, ਗੁਰਦੁਆਰਾ ਜਨਮ ਸਥਾਨ ਤੋਂ, ਜਿੱਥੇ ਬਾਬਾ ਜੀ ਬਾਬਾ ਚਤਰ ਸਿੰਘ ਜੀ ਮੁੱਖ ਸੇਵਾਦਾਰ ਨੇ, ਬਾਬਾ ਹਰਪਾਲ ਸਿੰਘ ਜੀ ਸੇਵਾਵਾਂ ਕਰਵਾ ਰਹੇ ਨੇ, ਉਸ ਪਵਿੱਤਰ ਅਸਥਾਨ 'ਤੇ ਸੰਨ 1702 ਦੇ ਵਿੱਚ ਬਾਬਾ ਸੁੱਖਾ ਸਿੰਘ ਜੀ ਦਾ ਆਗਮਨ ਹੁੰਦਾ ਹੈ, ਜਨਮ ਹੁੰਦਾ ਹੈ। ਕੋਈ 14 ਕੁ ਸਾਲ ਦੇ ਕਰੀਬ ਜਦੋਂ ਉਹਨਾਂ ਦੀ ਅਵਸਥਾ ਹੁੰਦੀ ਹੈ ਅਤੇ ਉਹਨਾਂ ਦਾ ਜਿਹੜਾ ਅੰਦਰਲਾ ਜੋ ਸਿੱਖੀ ਵਿੱਚ ਮਨੋਬਲ ਹੈ ਉਹ ਹੋਰ ਵੱਧਦਾ ਜਾਂਦਾ ਹੈ। ਜਿਸ ਤਰ੍ਹਾਂ ਉਹ ਗਤੀਵਿਧੀਆਂ ਵੇਖਦੇ ਸਨ ਉਸ ਸਮੇਂ ਦੀਆਂ, ਮੁਗਲਾਂ ਦੇ ਰਾਜ ਦੀਆਂ ਜੋ ਧੱਕੇਸ਼ਾਹੀਆਂ ਸਨ, ਉਹਨਾਂ ਨੂੰ ਉਹ ਇੱਕ ਆਪਣੇ ਤੌਰ 'ਤੇ ਆਪਣੇ ਅੰਦਰ ਜਜ਼ਬਾ ਰੱਖ ਕੇ ਉਹਨਾਂ ਦੀਆਂ ਧੱਕੇਸ਼ਾਹੀਆਂ ਨੂੰ ਇਹ ਠੱਲ੍ਹ ਪਾਉਣ ਵਾਸਤੇ, ਕਹਿ ਲਈਏ ਕਿ ਇੱਕ ਦਰਦ ਲੈ ਕੇ ਸਿੱਖੀ ਦਾ, ਉਹ ਇਸ ਰਾਹ 'ਤੇ ਤੁਰੇ ਸਨ। ਅਤੇ ਜਿਹੜੇ ਕੌਮ ਦੇ ਸ਼ਹੀਦ ਪਹਿਲਾਂ ਇਸ ਰਾਹ 'ਤੇ ਤੁਰੇ ਸਨ, ਉਹਨਾਂ ਦੀਆਂ ਸੇਵਾਵਾਂ ਕਰਦੇ ਸਨ, ਉਹਨਾਂ ਨੂੰ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦੇ ਸਨ। ਅਤੇ ਫਿਰ ਜਿਉਂ-ਜਿਉਂ ਬਾਬਾ ਸੁੱਖਾ ਸਿੰਘ ਜੀ ਜਵਾਨ ਹੁੰਦੇ ਨੇ ਅਤੇ ਹੋਰ ਉਹਨਾਂ ਦੀਆਂ ਗਤੀਵਿਧੀਆਂ ਤੇਜ਼ ਹੁੰਦੀਆਂ ਨੇ, ਘਰ ਦੇ ਇਸ ਚੀਜ਼ ਨੂੰ ਵੇਖਦੇ ਨੇ ਕਿ ਇਹ ਜਿਹੜਾ ਮਾਹੌਲ ਹੈ ਬਾਬੇ ਸੁੱਖਾ ਸਿੰਘ ਜੀ ਦਾ ਜਿਹੜਾ ਜੀਵਨ ਆ, ਉਹ ਸਿੱਖੀ ਵੱਲੇ ਜ਼ਿਆਦਾ ਪ੍ਰਫੁੱਲਤ ਹੁੰਦਾ ਜਾ ਰਿਹਾ ਹੈ। ਕਿਤੇ ਮੁਗਲਾਂ ਦਾ ਡੰਗ ਬੜਾ ਤੇਜ਼ ਸੀ ਅਤੇ ਆਪਣੇ ਪੁੱਤਰ ਨੂੰ ਇਸ ਵੱਲੋਂ ਵਰਜਣ ਵਾਸਤੇ, ਬਚਾਉਣ ਵਾਸਤੇ, ਕਹਿ ਲਈਏ ਕਿ ਮਾਤਾ ਪਿਤਾ ਨੇ ਉਹਨੂੰ ਕੋਈ ਨਸ਼ੀਲੀ ਚੀਜ਼ ਬਾਬਾ ਜੀ ਦੇ ਖਾਣੇ ਵਿੱਚ ਪਾ ਕੇ ਉਹਨਾਂ ਨੂੰ ਕੋਈ ਦੇ ਕੇ ਅਤੇ ਬੇਹੋਸ਼ ਕਰਕੇ ਜਦੋਂ ਰਾਤ ਨੂੰ ਸੌਂਦੇ ਨੇ, ਬੇਹੋਸ਼ੀ ਦੀ ਹਾਲਤ ਵਿੱਚ ਉਹਨਾਂ ਦੇ ਕੇਸ ਕਤਲ ਕੀਤੇ ਜਾਂਦੇ ਨੇ। ਅਤੇ ਫਿਰ ਉਹ ਉੱਥੋਂ ਜਦੋਂ ਉੱਠਦੇ ਨੇ ਅਤੇ ਵੇਖਦੇ ਨੇ ਆਪਣੇ ਸਿਰ 'ਤੇ ਕੇਸ ਨਹੀਂ, ਅਤੇ ਉਹ ਫਿਰ ਇਹ ਨਮੋਸ਼ੀ ਦੇ ਮਾਰੇ ਇਸ ਗੱਲ ਨੂੰ ਛੁਪਾਉਣ ਵਾਸਤੇ ਕਿ ਜੇ ਮੇਰੇ ਸਿਰ 'ਤੇ ਸਿੱਖੀ ਨਹੀਂ ਅਤੇ ਮੇਰਾ ਜਿਉਣਾ ਜਿਹੜਾ ਉਹ ਸਹੀ ਨਹੀਂ ਆ, ਇਸ ਵਾਸਤੇ ਉਹਨਾਂ ਨੇ ਘਰ ਤੋਂ ਨਿਕਲ ਕੇ ਅਤੇ ਜਿੱਥੇ ਅੱਜ ਗੁਰਦੁਆਰਾ ਬੌਲੀ ਸਾਹਿਬ ਆ, ਉਸ ਪਾਵਨ ਸਥਾਨ 'ਤੇ ਉਹ ਖੂਹ ਹੁੰਦਾ ਸੀ ਬੜਾ ਤਗੜਾ, ਉਸ ਖੂਹ ਦੇ ਵਿੱਚ ਆਣ ਕੇ ਛਾਲ ਮਾਰੀ। ਜਦੋਂ ਛਾਲ ਮਾਰੀ ਅਤੇ ਫਿਰ ਉਹ ਜਿਹੜੇ
ਪਿੰਡ ਦੇ ਲੋਕ ਸਨ, ਉਹਨਾਂ ਨੇ ਵੇਖਿਆ, ਯਤਨ ਕੀਤਾ ਕੱਢਣ ਦਾ, ਪਰ ਨਾ ਨਿਕਲੇ। ਬਾਬਾ ਸ਼ਾਮ ਸਿੰਘ ਜੀ ਦੇ ਜਥੇ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੇ ਸਿੰਘ ਜਿਹੜੇ ਨੇ ਉਸ ਖੂਹ ਦੀ ਮਣ 'ਤੇ ਆਉਂਦੇ ਨੇ ਅਤੇ ਉਹ ਵੇਖਦੇ ਨੇ, ਅਤੇ ਜਦੋਂ ਉਹਨਾਂ ਨੂੰ ਬੋਲੀ ਮਾਰਦੇ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਪੰਗਤੀ ਆਉਂਦੀ, ਆਤਮਘਾਤੀ ਹੈ ਜਗਤ ਕਸਾਈ। ਜੇ ਆਤਮਘਾਤ ਕਰਨਾ ਇਹ ਠੀਕ ਨਹੀਂ, ਜੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਗਵਾਉਣਾ ਠੀਕ ਨਹੀਂ। ਜੇ ਮਰਨਾ ਹੀ ਆ ਤਾਂ ਕੋਈ ਧਰਮ ਦਾ ਕੰਮ ਕਰਕੇ, ਲੇਖੇ ਲੱਗ ਕੇ ਇਸ ਜੀਵਨ ਨੂੰ ਕੁਰਬਾਨ ਕਰਕੇ ਜਾਣਾ ਚਾਹੀਦਾ। ਫਿਰ ਉਹ ਜਿਹੜੀ ਗੱਲ ਸੀ, ਉਹਨਾਂ ਦੇ ਬਚਨ ਸਨ, ਉਹ ਬਾਬਾ ਸੁੱਖਾ ਸਿੰਘ ਜੀ ਦੇ ਦਿਲ 'ਤੇ ਲੱਗਦੇ ਨੇ, ਅਤੇ ਫਿਰ ਉਹ ਉਸ ਖੂਹ ਦੇ ਵਿੱਚੋਂ ਜਿਹੜਾ ਸੁੱਟਿਆ ਹੋਇਆ ਰੱਸਾ ਸੀ ਉਹਨੂੰ ਫੜ ਕੇ ਅਤੇ ਬਾਹਰ ਆਉਂਦੇ ਨੇ। ਅਤੇ ਫਿਰ ਆਪਾਂ ਇਸ ਅਸਥਾਨ 'ਤੇ ਆ ਜਾਈਏ ਜਿੱਥੇ ਅੱਜ ਬੈਠੇ ਹਾਂ। ਇਸ ਅਸਥਾਨ 'ਤੇ ਉਹ ਪਹੁੰਚਦੇ ਨੇ। ਇਸ ਅਸਥਾਨ 'ਤੇ ਨੰਬਰਦਾਰਾਂ ਦੀ ਘੋੜੀ ਚਰਦੀ ਸੀ, ਜਿਹਨੂੰ ਖੱਬੀ ਦੇ ਕੇ ਇਹ ਬਾਬਾ ਸੁੱਖਾ ਸਿੰਘ ਜੀ ਉਸ ਘੋੜੀ 'ਤੇ ਸਵਾਰ ਹੁੰਦੇ ਨੇ। ਅਤੇ ਇਹ ਇੱਥੇ ਢਾਬ ਦਾ ਰੂਪ, ਇੱਕ ਬੜਾ ਤਕੜਾ ਛੱਪੜ ਸੀ, ਇੱਕ ਢਾਬ ਬਣੀ ਹੋਈ ਸੀ, ਅਤੇ ਉਸ ਛੱਪੜ ਦੇ ਢਾਬ 'ਤੇ ਘੋੜੀ ਜਿਹੜੀ ਉਹ ਚਰਦੀ ਸੀ, ਜਿਹਨੂੰ ਬਾਬਾ ਸੁੱਖਾ ਸਿੰਘ ਜੀ ਲੈ ਕੇ ਗਏ। ਅਤੇ ਉਸ ਤੋਂ ਬਾਅਦ ਇਹ ਜਿਹੜਾ ਪਾਵਨ ਅਸਥਾਨ ਆ, ਇਹ ਜਿਹੜਾ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਦੇ ਹਾਂ, ਇਸ ਅਸਥਾਨ ਦਾ ਇਹ ਗੁਰਦੁਆਰਾ ਢਾਬ ਸਾਹਿਬ ਦੇ ਨਾਂ 'ਤੇ ਜਾਣਿਆ ਜਾਂਦਾ। ਇਸ ਅਸਥਾਨ 'ਤੇ ਸਭ ਤੋਂ ਪਹਿਲਾਂ ਇਹ ਬਾਬਾ ਜੀ ਬਾਬਾ ਖੜਕ ਸਿੰਘ ਜੀ ਅਤੇ ਕੌਮ ਦੇ ਮਹਾਨ ਸੇਵਾਦਾਰ ਬਾਬਾ ਜੀ ਬਾਬਾ ਚਰਨ ਸਿੰਘ ਜੀ ਮਹਾਂਪੁਰਸ਼ਾਂ ਨੇ ਸੇਵਾ ਜਿਹੜੀ ਸੀ ਉਹ ਆਰੰਭ ਕਰਵਾਈ ਸੀ। ਬਾਬਾ ਜੀ, ਗੁਰਦੁਆਰਾ ਢਾਬ ਸਾਹਿਬ ਦੇ ਤੋਂ ਪਹਿਲਾਂ ਦੋ ਗੁਰਦੁਆਰਾ ਸਾਹਿਬ ਹੋਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਹੁਣੇ ਬੋਲਦਿਆਂ, ਗੁਰਦੁਆਰਾ ਜਨਮ ਸਥਾਨ ਸਾਹਿਬ ਅਤੇ ਗੁਰਦੁਆਰਾ ਬੌਲੀ ਸਾਹਿਬ। ਇਤਿਹਾਸ ਤੁਸੀਂ ਉਹਨਾਂ ਦਾ ਸੰਗਤ ਨਾਲ ਸਾਂਝਾ ਕੀਤਾ ਹੈ। ਉੱਥੇ ਅੱਜ ਕਿਹੜੀ ਜਥੇਬੰਦੀ ਇਹ ਜਿਹੜੀ ਸੇਵਾ ਕਰਵਾ ਰਹੀ ਹੈ ਗੁਰਦੁਆਰਾ ਜਨਮ ਸਥਾਨ ਸਾਹਿਬ ਅਤੇ ਗੁਰਦੁਆਰਾ ਬੌਲੀ ਸਾਹਿਬ, ਉਹਨਾਂ ਬਾਰੇ, ਜਿਹੜੇ ਮੌਜੂਦਾ ਸੇਵਾਵਾਂ ਜਿਹੜੀਆਂ ਉਹਨਾਂ ਦੇ ਬਾਰੇ ਕੁਝ ਸੰਗਤ ਨਾਲ ਸਾਂਝਾ ਕਰੋ। ਹਾਂਜੀ, ਉੱਥੇ ਜੀ ਨਿਹੰਗ ਸਿੰਘ ਜਥੇਬੰਦੀ ਬਾਬਾ ਜੀ ਬਾਬਾ ਸ਼ਹੀਦ ਜੀ ਪੱਧਰੀ ਵਾਲੇ, ਜਿਹੜੇ ਪਹਿਲਾਂ ਪਿੱਛੇ ਉਹਨਾਂ ਦੀ ਜਿਹੜੀ ਮਤਲਬ ਜਥੇਬੰਦੀ ਆ, ਉਹ ਬਾਬਾ ਜੀ ਕੰਮ ਕਰਦੇ ਸਨ, ਸੇਵਾਵਾਂ ਨਿਭਾਉਂਦੇ ਸਨ। ਉਹਨਾਂ ਤੋਂ ਬਾਅਦ ਫਿਰ ਬਾਬਾ ਜੀ ਬਾਬਾ ਚਤਰ ਸਿੰਘ ਜੀ ਮਹਾਂਪੁਰਸ਼ ਜਿਹੜੇ ਨੇ ਉਹ ਗੁਰਦੁਆਰਾ ਜਨਮ ਸਥਾਨ 'ਤੇ ਸੇਵਾਵਾਂ ਨਿਭਾਉਂਦੇ ਨੇ। ਉਹਨਾਂ ਦੇ ਸੇਵਾਦਾਰ ਜਿਹੜੇ ਨੇ ਬਾਬਾ ਹਰਪਾਲ ਸਿੰਘ ਜੀ, ਉਹ ਉੱਥੇ ਸਰਪ੍ਰਸਤ ਨੇ। ਉਹ ਆਏ ਗਏ ਸ਼ਰਧਾਲੂਆਂ ਨੂੰ ਪ੍ਰਸ਼ਾਦਾ ਪਾਣੀ 24 ਘੰਟੇ ਲੰਗਰ ਚੱਲਦਾ ਹੈ ਅਤੇ ਸੇਵਾਵਾਂ ਕਰਦੇ ਨੇ। ਗੁਰਦੁਆਰਾ ਬੌਲੀ ਸਾਹਿਬ ਦੀ ਸੇਵਾ ਦੇ ਬਾਰੇ ਕੁਝ ਮੌਜੂਦਾ ਜਿਹੜੀ ਸੇਵਾ ਚੱਲਦੀ, ਕਿਹੜੇ ਬਾਬਾ ਜੀ ਉੱਥੇ, ਉਹ ਸਾਂਝਾ ਕਰੋ ਜੀ। ਗੁਰਦੁਆਰਾ ਬੌਲੀ ਸਾਹਿਬ, ਜਿਸ ਤਰ੍ਹਾਂ ਆਪਾਂ ਪਿੱਛੇ ਜ਼ਿਕਰ ਕਰਕੇ ਆਏ ਹਾਂ ਕਿ ਉੱਥੇ ਖੂਹ ਵਿੱਚ ਛਾਲ ਬਾਬਾ ਸੁੱਖਾ ਸਿੰਘ ਜੀ ਨੇ ਮਾਰੀ ਸੀ, ਅਤੇ ਉੱਥੇ ਜਿਹੜਾ ਇਹ ਖੂਹ ਵਿੱਚ ਛਾਲ ਮਾਰੀ ਸੀ, ਉੱਥੇ ਕੋਈ ਵੀ ਨਿਸ਼ਾਨ, ਕੋਈ ਚਿੰਨ੍ਹ ਜਿਹੜਾ ਸੀ ਉਹ ਨਹੀਂ ਸੀ ਰਿਹਾ। ਜਿਸ ਸਮੇਂ ਬਾਬਾ ਜੀ ਬਾਬਾ ਹਰਭਜਨ ਸਿੰਘ ਜੀ ਕੋਈ ਸੰਨ 80 ਦੇ ਲਾਗੇ ਕਹਿ ਲਈਏ ਕਿ ਉਹਨਾਂ ਮਹਾਂਪੁਰਸ਼ਾਂ ਨੇ 80-82 ਦੇ ਲਾਗੇ ਇਸ ਥਾਂ ਦੀ ਖੋਜ ਕੀਤੀ। ਉਸ ਥਾਂ 'ਤੇ ਇੱਕ ਪਿੱਪਲ ਦਾ ਰੁੱਖ ਸੀ ਬੜਾ ਵੱਡਾ, ਜਿੱਥੋਂ ਬਾਬਾ ਜੀ ਬਾਬਾ ਹਰਭਜਨ ਸਿੰਘ ਜੀ ਮਹਾਂਪੁਰਸ਼ ਹਜ਼ੂਰ ਸਾਹਿਬ ਵੀ ਉਹ ਕਾਰ ਸੇਵਾਵਾਂ ਕਰਕੇ ਆਏ ਸਨ, ਅਤੇ ਹੋਰ ਵੀ ਮਹਾਂਪੁਰਸ਼ਾਂ ਨਾਲ, ਬਾਬਾ ਖੜਕ ਸਿੰਘ ਜੀ ਨਾਲ ਵੀ ਉਹਨਾਂ ਨੇ ਕਾਰ ਸੇਵਾ ਕੀਤੀ ਸੀ। ਉਹ ਬਾਬਾ ਹਰਭਜਨ ਸਿੰਘ ਜੀ ਮਹਾਂਪੁਰਸ਼ਾਂ ਨੇ ਉਸ ਖੂਹ ਦੀ ਜਿਹੜੀ ਨਿਸ਼ਾਨਦੇਹੀ ਕੀਤੀ, ਉਸ ਨੂੰ ਲੱਭਣਾ ਸ਼ੁਰੂ ਕੀਤਾ, ਅਤੇ ਬੜੇ ਜੱਦੋ ਜਹਿਦ ਦੇ ਨਾਲ ਜਿਹੜਾ ਸੀ ਉਹ ਖੂਹ, ਉੱਥੋਂ ਬਾਬਾ ਹਰਭਜਨ ਸਿੰਘ ਜੀ ਨੇ ਉਸ ਨੂੰ ਉਜਾਗਰ ਕੀਤਾ, ਸੰਗਤਾਂ ਦੇ ਸਾਹਮਣੇ ਲਿਆਂਦਾ, ਜਿਹੜਾ ਮਿੱਟੀ ਵਿੱਚ ਬਿਲਕੁਲ ਦੱਬਿਆ ਹੋਇਆ ਸੀ, ਪੂਰਿਆ ਹੋਇਆ ਸੀ, ਅਤੇ ਉਹਨੂੰ ਇੱਕ ਬੌਲੀ ਦਾ ਰੂਪ ਦਿੱਤਾ। ਉਸ ਸਥਾਨ ਦੇ ਉੱਤੇ ਫਿਰ ਬਾਬਾ ਹਰਭਜਨ ਸਿੰਘ ਜੀ ਨੇ ਗੁਰਦੁਆਰੇ ਦੀ ਉਸਾਰੀ ਕਰਵਾਈ, ਅਤੇ ਜੋ ਪਿਛਲੇ 1 ਸਾਲ ਤੋਂ ਜੋ ਉਹ ਸੱਚਖੰਡ ਪਿਆਨਾ ਕਰ ਗਏ ਸਨ, ਹੁਣ ਉਹਨਾਂ ਦੇ ਉੱਤਰਾ ਅਧਿਕਾਰੀ ਬਾਬਾ ਭਜਨ ਸਿੰਘ ਜੀ, ਜੋ ਉਹਨਾਂ ਦੇ ਮੁੱਖ ਸੇਵਾਦਾਰ ਸਨ, ਉਹ ਉੱਥੇ ਸੇਵਾਵਾਂ ਨਿਭਾ ਰਹੇ ਨੇ। ਬਾਬਾ ਜੀ, ਬਾਬਾ ਸੁੱਖਾ ਸਿੰਘ ਸਾਹਿਬ ਜੀ ਦੇ 3 ਅਸਥਾਨ ਨੇ ਇਸ ਨਗਰ ਦੇ ਵਿੱਚ, ਜਿਨ੍ਹਾਂ ਬਾਰੇ ਤੁਸੀਂ ਖੁੱਲ੍ਹ ਕੇ ਜ਼ਿਕਰ ਕੀਤਾ ਹੈ, ਮੌਜੂਦਾ ਸੇਵਾਵਾਂ ਦਾ ਵੀ ਅਤੇ ਉਹਨਾਂ ਦੇ ਨਾਲ ਜੋ ਇਤਿਹਾਸਕ ਪੱਖ ਜੁੜਦੇ ਨੇ ਉਹਨਾਂ ਦਾ ਵੀ। ਇੱਕ ਉਦਾਸੀ ਸੰਪਰਦਾਇ ਦਾ ਡੇਰਾ ਹੈ ਮਾੜੀ ਕੰਬੋਕੇ, ਇਸੇ ਨਗਰ ਦੇ ਵਿੱਚ। ਅਕਸਰ ਜਦੋਂ ਕਿਤੇ ਕੋਈ ਜੋੜ ਮੇਲਾ ਹੁੰਦਾ ਹੈ
ਕਿਤੇ ਵੀ ਆਪ ਜੀ ਸਾਰੇ ਮਹਾਂਪੁਰਖਾਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਉਹਨਾਂ ਨੂੰ, ਅਤੇ ਤੁਹਾਡੇ ਨਾਲ ਬਾਬਾ ਸਤਿਕਾਰਯੋਗ ਬਾਬਾ ਮੌਜੀ ਦਾਸ ਜੀ, ਉਹ ਵੀ ਇੱਕ ਮੰਚ 'ਤੇ ਤੁਹਾਨੂੰ ਦੇਖੀਦਾ ਹੈ। ਉਸ ਡੇਰੇ ਦੇ ਬਾਰੇ ਥੋੜ੍ਹੀ ਜਾਣਕਾਰੀ ਸੰਗਤ ਨਾਲ ਸਾਂਝੀ ਕਰੋ ਜੀ। ਹਾਂਜੀ, ਬਾਬਾ ਜੀ ਬਾਬਾ ਮੌਜ ਦਾਸ ਜੀ ਮਹਾਂਪੁਰਸ਼ ਉਦਾਸੀਨ ਸੰਪਰਦਾ ਦੇ ਜੋ ਮੁਖੀ ਨੇ ਇਸ ਵਕਤ ਮੌਜੂਦਾ, ਉਹਨਾਂ ਮਹਾਂਪੁਰਸ਼ਾਂ ਦੀ ਬੜੀ ਵੱਡੀ ਦੇਣ ਆ ਕੌਮ ਨੂੰ ਵੀ। ਜੋ ਉਹਨਾਂ ਦਾ ਸਥਾਨ, ਜਿਸ ਸਥਾਨ 'ਤੇ ਉਹ ਬੈਠੇ ਨੇ, ਬਾਬਾ ਜੀ ਬਾਬਾ ਨਰਾਇਣ ਦਾਸ ਜੀ, ਉਹਨਾਂ ਦਾ ਉਹ ਤਪ ਸਥਾਨ ਹੈ। ਉਹਨਾਂ ਦੇ ਤਪ ਸਥਾਨ 'ਤੇ ਬਾਬਾ ਜੀ ਬਾਬਾ ਸੰਤੋਖ ਦਾਸ ਜੀ, ਜਿਨ੍ਹਾਂ ਦਾ ਨਾਮ ਵੀ ਸੰਤੋਖ ਦਾਸ ਜੀ, ਅਤੇ ਉਹ ਖੁਦ ਵੀ ਬਹੁਤ ਸੰਤੋਖੀ ਸਨ, ਅਤੇ ਬਹੁਤ ਸਾਰੀ ਜੋ ਉਹਨਾਂ ਨੇ ਦਵਾਈਆਂ ਦੇ ਨਾਲ ਸੰਗਤ ਵਿੱਚ ਸੇਵਾਵਾਂ ਕੀਤੀਆਂ। ਜਿੰਨੇ ਵੀ ਮਰੀਜ਼ ਕੋਈ ਦੂਰ ਦਰੇਡੇ ਤੋਂ ਵੀ ਆਉਂਦੇ ਸਨ, ਜਿਸ ਵੀ ਰੋਗ ਦੇ ਗ੍ਰਸੇ ਹੋਏ ਆਉਂਦੇ ਸਨ, ਉਹ ਬਾਬਾ ਜੀ ਉਸੇ ਰੋਗ ਦੀ ਦਵਾਈ ਦੇ ਕੇ ਉਹਨਾਂ ਨੂੰ ਠੀਕ ਕਰਦੇ ਸਨ। ਉਹਨਾਂ ਦੇ 2003 ਦੇ ਵਿੱਚ ਸੱਚਖੰਡ ਪਿਆਨੇ ਤੋਂ ਬਾਅਦ ਬਾਬਾ ਜੀ ਬਾਬਾ ਮੌਜ ਦਾਸ ਜੀ ਉੱਥੋਂ ਦੇ ਸਰਪ੍ਰਸਤ ਬਣੇ, ਅਤੇ ਫਿਰ ਉਹੀ ਸੇਵਾਵਾਂ ਜਿਹੜੀਆਂ ਬਾਬਾ ਸੰਤੋਖ ਦਾਸ ਜੀ ਕਰਵਾਉਂਦੇ ਸਨ, ਜਿਸ ਤਰ੍ਹਾਂ ਦਵਾਈ ਬੂਟੀ ਦੇ ਨਾਲ ਅਤੇ ਗੁਰਮਤਿ ਦੇ ਨਾਲ ਜੋੜਦੇ ਸਨ, ਉਸੇ ਹੀ ਤਰ੍ਹਾਂ ਅੱਜ ਦੇ ਮੌਜੂਦਾ ਸਮੇਂ ਵਿੱਚ ਬਾਬਾ ਜੀ ਬਾਬਾ ਸੰਤੋਖ ਦਾਸ ਜੀ ਤੋਂ ਬਾਅਦ ਬਾਬਾ ਮੌਜ ਦਾਸ ਜੀ ਦਵਾਈਆਂ ਵੀ ਦਿੰਦੇ ਨੇ, ਅਤੇ ਬਹੁਤ ਸਾਰਾ ਉਹਨਾਂ ਨੇ ਖਜ਼ਾਨਾ ਕਹਿ ਲਈਏ ਕਿ ਜਿਹੜਾ ਢਾਡੀ ਸਿੰਘਾਂ ਦਾ ਜਿਹੜਾ ਬੜਾ ਉਹਨਾਂ ਨੇ ਪਰੋ ਕੇ ਰੱਖਿਆ ਹੋਇਆ। ਸੰਨ 70-72 ਤੋਂ ਲੈ ਕੇ ਜਿਹੜੀਆਂ ਆਡੀਓ ਵੀਡੀਓ ਢਾਡੀ ਸਿੰਘਾਂ ਦੀਆਂ, ਕਵੀਸ਼ਰੀ ਸਿੰਘਾਂ ਦੀਆਂ ਅਤੇ ਹੋਰ ਕਥਾਵਾਚਕਾਂ ਦੀਆਂ, ਜਿਹੜਾ ਖਜ਼ਾਨਾ ਉਹਨਾਂ ਇਹ ਇਤਿਹਾਸ ਜਿਹੜਾ ਇੱਕ ਖਜ਼ਾਨੇ ਦੇ ਰੂਪ ਵਿੱਚ ਸਾਂਭਿਆ ਹੋਇਆ, ਜਿਹੜਾ ਇੰਨਾ ਕਿਸੇ ਵੀ ਕੋਲੋਂ ਤੁਸੀਂ ਕੋਈ ਵੀ ਢਾਡੀ ਕਵੀਸ਼ਰ ਕੋਈ ਵੀ ਹੋਵੇ, ਪੁਰਾਣਾ ਹੋਵੇ, ਉਹਨਾਂ ਤੋਂ ਇਹ ਇੰਨਾ ਖਜ਼ਾਨਾ ਨਹੀਂ ਮਿਲ ਸਕਦਾ ਜਿੰਨਾ ਕਿ ਬਾਬਾ ਜੀ ਬਾਬਾ ਮੌਜ ਦਾਸ ਜੀ ਨੇ ਸਾਂਭਿਆ ਹੋਇਆ ਹੈ। ਅਤੇ ਉਹ ਇਸ ਇਤਿਹਾਸ ਤੋਂ ਬਹੁਤ ਜ਼ਿਆਦਾ ਜਾਣੂ ਨੇ। ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀ ਲਾਇਬ੍ਰੇਰੀ ਵਿੱਚ ਨੇ, ਜਿਹੜੀਆਂ ਕਿਤੇ ਵਰਲਡ ਵਿੱਚੋਂ ਵੀ ਨਹੀਂ ਮਿਲਦੀਆਂ, ਉਹ ਬਾਬਾ ਜੀ ਕੋਲੋਂ ਮਿਲਦੀਆਂ ਨੇ। ਦਵਾਈ ਵੀ ਜਿਹੜੀ ਆ ਉਹ ਮਹਾਂਪੁਰਸ਼ਾਂ ਦੀ, ਜਿਹੜੀ ਕਿਤੋਂ ਕੋਈ ਰੋਗ ਠੀਕ ਨਾ ਹੋਵੇ ਅਤੇ ਉਹ ਉਸ ਰੋਗ ਦੀ ਦਵਾਈ ਵੀ ਦਿੰਦੇ ਨੇ, ਅਤੇ ਸੰਗਤਾਂ ਨੂੰ ਲੰਗਰ ਪਾਣੀ ਵੀ 24 ਘੰਟੇ ਉਸ ਬਾਬਾ ਨਰਾਇਣ ਦਾਸ ਜੀ ਦੇ ਸਥਾਨ 'ਤੇ ਚੱਲਦਾ ਹੈ। ਅਤੇ ਬਾਬਾ ਜੀ, ਇੱਕ ਬਾਬਾ ਸੁੱਖਾ ਸਿੰਘ ਸਾਹਿਬ ਜੀ ਦੇ ਇਤਿਹਾਸ ਨਾਲ ਆਪਾਂ ਜਾਣਕਾਰੀ ਸਾਂਝੀ ਕੀਤੀ ਸੰਗਤ ਨਾਲ। ਜਿਸ ਤਰ੍ਹਾਂ ਬਾਬਾ ਸੁੱਖਾ ਸਿੰਘ ਜੀ ਨੇ ਖੂਹ ਵਿੱਚ ਛਾਲ ਮਾਰ ਦਿੱਤੀ ਕਿਉਂਕਿ ਉਹਨਾਂ ਦੀ ਮਾਤਾ ਨੇ ਕੇਸ ਕਤਲ ਕਰ ਦਿੱਤੇ ਸੀ। ਕੇਸ ਕਤਲ ਹੋਣ ਕਰਕੇ ਇੰਨੀ ਅੰਦਰ ਸਿੱਖੀ ਦੇ ਪ੍ਰਤੀ ਭਾਵਨਾ ਪ੍ਰਗਟ ਹੋਈ ਕਿ ਜੇ ਕੇਸ ਨਹੀਂ ਰਹੇ ਤਾਂ ਮੈਂ ਵੀ ਨਹੀਂ ਰਹਿਣਾ। ਅੱਜ ਜਿਹੜੇ ਨੌਜਵਾਨ ਵੀਰ ਜਿਹੜੇ ਨੇ, ਇਹ ਪਤਿਤ ਪੁਣੇ ਵਾਲੇ ਜਿਹੜੇ ਜਾ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਸ ਇਤਿਹਾਸ ਦੇ ਵਿੱਚੋਂ? ਇਹ ਬੜਾ ਵੱਡਾ ਸੁਨੇਹਾ ਜੀ। ਸਭ ਤੋਂ ਵੱਡਾ ਸੁਨੇਹਾ ਤਾਂ ਇਹੋ ਹੀ ਆ ਕਿ ਜਿਸ ਨਗਰ ਵਿੱਚ ਆਪਾਂ ਬੈਠੇ ਹਾਂ, ਉਹ ਸਭ ਤੋਂ ਪਹਿਲਾ ਸੁਨੇਹਾ ਹੀ ਇਹੋ ਆ ਜੋ ਬਾਬਾ ਸੁੱਖਾ ਸਿੰਘ ਜੀ ਨੇ ਖੂਹ ਵਿੱਚ ਛਾਲ ਮਾਰੀ। ਇਹ ਅੱਜ ਵੀ ਉਹ ਖੂਹ ਜਿਹੜਾ ਇਸ ਚੀਜ਼ ਦੀ ਗਵਾਹੀ ਭਰਦਾ ਹੈ ਕਿ ਕੇਸ ਕਿੰਨੇ ਜ਼ਰੂਰੀ ਨੇ। ਸਤਿਗੁਰਾਂ ਜੀ ਦੇ ਜੋ ਇਹ ਮੋਹਰ ਸਮਝੇ ਜਾਂਦੇ ਨੇ ਜਿਹੜੇ ਕੇਸ ਨੇ, ਅਤੇ ਸਤਿਗੁਰੂ ਜੀ ਦੀ ਇਹ ਮੋਹਰ ਦੇ ਨਾਲ ਹੀ, ਕੇਸਾਂ ਦੇ ਨਾਲ ਹੀ ਜਿਹੜਾ ਉਹ ਸਿੱਖ ਦੀ ਪਹਿਚਾਣ ਆ। ਜਿਸ ਤਰ੍ਹਾਂ ਲੋਗੋ ਹੁੰਦਾ ਹੈ, ਜਿਸ ਤਰ੍ਹਾਂ ਤੁਹਾਡੇ ਚੈਨਲ 'ਤੇ ਲੋਗੋ ਲੱਗਾ ਹੈ, ਮੈਂ ਇਸ ਪੰਥ ਪ੍ਰਚਾਰ ਟੀਵੀ ਦਾ ਧੰਨਵਾਦ ਵੀ ਕਰਾਂਗਾ। ਅਤੇ ਇਹ ਲੋਗੋ ਇੱਕ ਪਹਿਚਾਣ ਆ, ਅਤੇ ਇਸੇ ਤਰ੍ਹਾਂ ਜਿਹੜੇ ਨੌਜਵਾਨ ਨੇ ਉਹਨਾਂ ਦੇ ਸਿਰ 'ਤੇ ਜੂੜਾ ਇੱਕ ਸਿੱਖੀ ਦਾ ਲੋਗੋ ਆ। ਇਹ ਪਹਿਚਾਣ ਆ ਸਿੱਖ ਦੀ ਕਿ ਇਹ ਸਿੱਖ ਆ। ਇਸ ਵਾਸਤੇ ਸਾਡੇ ਵਾਸਤੇ ਸਿੱਖ ਧਰਮ ਦੇ ਵਿੱਚ ਇਹ ਜਿਹੜੇ ਕੇਸ ਨੇ, ਇਹਨਾਂ ਦੀ ਬੜੀ ਮਹਾਨਤਾ ਹੈ। ਕੇਸਾਂ ਦੇ ਨਾਂ 'ਤੇ ਸਤਿਗੁਰੂ ਜੀ ਨੇ ਜਦੋਂ 1699 ਨੂੰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਅੰਮ੍ਰਿਤ ਪਾਨ ਕਰਵਾਇਆ ਸੀ, ਅਤੇ ਕੇਸਾਂ ਦੇ ਨਾਂ 'ਤੇ ਕੇਸਗੜ੍ਹ ਇੱਕ ਤਖਤ ਦਾ ਨਾਂ ਹੀ ਕੇਸਗੜ੍ਹ ਰੱਖਿਆ ਗਿਆ। ਇਸ ਵਾਸਤੇ ਕੇਸਾਂ ਦੀ ਬਹੁਤ ਮਹੱਤਤਾ ਹੈ, ਅਤੇ ਕੇਸਾਂ ਨਾਲ ਹੀ ਜਿਹੜਾ ਉਹ ਸਿੱਖ ਹੈ। ਬਾਬਾ ਜੀ, ਜਿਸ ਅਸਥਾਨ 'ਤੇ ਆਪਾਂ ਬੈਠੇ ਹਾਂ, ਜਿੱਥੋਂ ਆਪਾਂ ਇਤਿਹਾਸਕ ਪੱਖ ਨੂੰ ਲੈ ਕੇ ਗੱਲ ਸ਼ੁਰੂ ਕੀਤੀ ਸੀ, ਮੈਂ ਅਖੀਰਲਾ ਸਵਾਲ ਤੁਹਾਡੇ ਨਾਲ
ਇਹ ਇਸੇ ਸਥਾਨ ਬਾਰੇ ਆਪਾਂ ਗੱਲ ਕਰਦੇ ਹਾਂ। ਕਿਹੜੇ ਤੁਹਾਡੇ ਜਥੇਬੰਦੀ ਜਿਹੜੀ ਸੇਵਾ ਕਰਵਾ ਰਹੀ ਹੈ, ਕਦੋਂ ਤੋਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਜੀ? ਹਾਂਜੀ, ਇੱਥੇ ਜੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਬਾਬਾ ਜੀ ਬਾਬਾ ਖੜਕ ਸਿੰਘ ਜੀ ਮਹਾਂਪੁਰਸ਼, ਅਤੇ ਉਹਨਾਂ ਦੇ ਉੱਤਰਾਧਿਕਾਰੀ ਸਨ ਬਾਬਾ ਜੀ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼। ਉਹਨਾਂ ਨੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ, ਦਰਬਾਰ ਦੀ, ਚਾਰ ਦੀਵਾਰੀ ਦੀ, ਸਰੋਵਰ ਦੀ, ਹੋਰ ਵੀ ਮਹਾਂਪੁਰਸ਼ਾਂ ਨੇ ਬੜੀਆਂ ਸੇਵਾਵਾਂ ਕੀਤੀਆਂ। ਅਤੇ ਉਹਨਾਂ ਮਹਾਂਪੁਰਸ਼ਾਂ ਦੇ ਜਾਣ ਤੋਂ ਬਾਅਦ ਸੰਨ 1994 ਦੇ ਵਿੱਚ ਜੋ ਨਗਰ ਦੀ ਸੰਗਤ ਨੇ, ਨਗਰ ਮਾੜੀ ਕੰਬੋਕੇ ਦੀ ਸਮੁੱਚੀ ਸੰਗਤ ਨੇ ਇਕੱਤਰ ਹੋ ਕੇ ਇੱਕ ਫੈਸਲਾ ਲਿਆ ਕਿ ਇਸ ਅਸਥਾਨ 'ਤੇ, ਕਿਉਂਕਿ ਜਦੋਂ 94 ਤੋਂ ਪਹਿਲਾਂ ਬਾਬਾ ਚਰਨ ਸਿੰਘ ਜੀ 92 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ, ਅਤੇ ਫਿਰ ਇਹ ਅਸਥਾਨ ਜਿਹੜਾ ਹੈ ਇਹ ਬਿਲਕੁਲ ਵਿਹਲਾ ਹੋ ਜਾਂਦਾ ਹੈ ਇਹ ਸੇਵਾਦਾਰਾਂ ਦੇ ਪੱਖ ਤੋਂ। ਅਤੇ ਇਹ ਫਿਰ ਨਗਰ ਨੇ ਜਿਹੜਾ ਇਹ ਇੱਕ ਫੈਸਲਾ ਲਿਆ, ਬਾਬਾ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਕੈਰੋਂ ਵਾਲੇ ਮਹਾਂਪੁਰਸ਼, ਉਹਨਾਂ ਨੂੰ ਨਗਰ ਦੀ ਸੰਗਤ ਨੇ ਬੇਨਤੀ ਕੀਤੀ, ਪਤਵੰਤੇ ਉੱਥੇ ਸੱਜਣ ਗਏ। ਫਿਰ ਮਹਾਂਪੁਰਸ਼ਾਂ ਨੇ ਸੰਗਤ ਦੀ ਇਹ ਬੇਨਤੀ ਮੰਨ ਕੇ, ਬੇਨਤੀ ਕਹਿ ਲਓ, ਹੁਕਮ ਕਹਿ ਲਓ, ਅਤੇ ਮਹਾਂਪੁਰਸ਼ਾਂ ਨੇ ਇੱਥੇ 1994 ਦੇ ਵਿੱਚ ਬਾਬਾ ਕਰਤਾਰ ਸਿੰਘ ਜੀ ਕੈਰੋਂ ਵਾਲਿਆਂ ਨੇ ਸੇਵਾ ਲਾਈ। ਅਤੇ ਉਸ ਸੇਵਾਵਾਂ ਜਿਸ ਤਰ੍ਹਾਂ ਪਹਿਲਾਂ ਚੱਲਦੀਆਂ ਸਨ, ਉਹਨਾਂ ਨਾਲੋਂ ਵੀ ਵੱਧ ਮਹਾਂਪੁਰਸ਼ਾਂ ਨੇ ਸੇਵਾਵਾਂ, ਜਿਸ ਤਰ੍ਹਾਂ ਪੁਰਾਣਾ ਲੰਗਰ ਸੀਗਾ, ਉਸ ਲੰਗਰ ਨੂੰ ਉਹ ਪਹਿਲੇ ਨੂੰ ਬਾਲਿਆਂ ਦੀ ਛੱਤ ਸੀ, ਉਹ ਉੱਤੇ ਮਿੱਟੀ ਗਿਰਦੀ ਸੀ, ਉਹਨੂੰ ਸਾਰਾ ਖ਼ਤਮ ਕਰਕੇ ਫਿਰ ਨਵਾਂ ਲੰਗਰ ਜਿਹੜਾ ਮਹਾਂਪੁਰਸ਼ਾਂ ਨੇ ਦਰਸ਼ਨੀ ਡਿਓਢੀ ਦੇ ਲਾਗੇ ਬਣਾ ਕੇ ਉਸ 'ਤੇ ਲੈਂਟਰ ਪਾਇਆ। ਫਿਰ ਜਿਹੜੀ ਦਰਸ਼ਨੀ ਡਿਓਢੀ ਬਾਬਾ ਚਰਨ ਸਿੰਘ ਜੀ ਮਹਾਂਪੁਰਸ਼ਾਂ ਨੇ ਤਿਆਰ ਕੀਤੀ ਸੀ, ਅਤੇ ਉਹਦੀ ਸਾਂਭ ਸੰਭਾਲ ਨਾ ਹੋਣ ਕਰਕੇ ਜਿਹੜਾ ਉਹਦਾ ਲੈਂਟਰ ਸੀ ਉਹ ਬਿਲਕੁਲੋਂ ਖ਼ਤਮ ਹੋ ਚੁੱਕਾ ਸੀ, ਅਤੇ ਉਹ ਫਿਰ ਲੈਂਟਰ ਵੀ ਤੋੜ ਕੇ ਦਰਸ਼ਨੀ ਡਿਓਢੀ ਦਾ ਕੁਝ ਉੱਤੋਂ ਕਮਰੇ ਹੋਰ ਥੋੜ੍ਹੇ ਜਿਹੇ ਢਾਹ ਕੇ ਫਿਰ ਉਹਨੂੰ ਨਵੇਂ ਡਿਜ਼ਾਇਨ ਵਿੱਚ ਜਿਹੜੀ ਦਰਸ਼ਨੀ ਡਿਓਢੀ ਸੀ, ਜੋ ਅੱਜ ਮੌਜੂਦਾ ਆਪਾਂ ਉਹਦੇ ਦਰਸ਼ਨ ਕਰ ਸਕਦੇ ਹਾਂ ਇਸ ਅਸਥਾਨ 'ਤੇ, ਉਹ ਉਸ ਦਰਸ਼ਨੀ ਡਿਓਢੀ ਦਾ ਨਵਾਂ ਮਾਡਲ ਜਿਹੜਾ ਸੀ ਉਹ ਤਿਆਰ ਕੀਤਾ। ਫਿਰ ਦਰਬਾਰ ਦੀ ਵੀ ਜੋ ਸੇਵਾਵਾਂ ਸਨ, ਕਿਉਂਕਿ ਜਦੋਂ 1994 'ਚ ਆਏ ਸੋ ਦਰਬਾਰ ਜਿਹੜਾ ਸੀ ਉਹ ਬਾਹਰੋਂ ਪਲਸਤਰ ਵੀ ਨਹੀਂ ਸੀ, ਅਤੇ ਚਾਰ ਦੀਵਾਰੀ ਦੇ ਅੰਦਰ ਸਾਰਾ ਥਾਂ ਜਿਹੜਾ ਉਹ ਕੱਚਾ ਹੁੰਦਾ ਸੀ, ਅਤੇ ਉਹ ਸਾਰਾ ਦਰਬਾਰ ਨੂੰ ਪਲਸਤਰ ਕਰਕੇ ਦਰਬਾਰ ਦੇ ਘੇਰੇ ਬਰਾਂਡਾ ਪਾਇਆ ਮਹਾਂਪੁਰਸ਼ਾਂ ਨੇ। ਫਿਰ ਉਹਨੂੰ ਚੀਨੀ ਲਾਈ, ਦਰਬਾਰ ਨੂੰ, ਗੁੰਮਟ ਨੂੰ ਚੀਨੀ ਲਾਈ। ਫਿਰ ਇਹ ਜਿੰਨਾ ਦਰਬਾਰ ਦੇ ਅੰਦਰ ਦੀਆਂ ਸੇਵਾਵਾਂ ਸਨ ਉਹ ਕਰਾਈਆਂ। ਫਿਰ ਇਹ ਸਾਰਾ ਥਾਂ ਜਿਹੜਾ ਜਿੰਨਾ ਏਰੀਆ ਦਰਬਾਰ ਦਾ ਉਹ ਪੱਕਾ ਕੀਤਾ। ਅਤੇ ਉਸ ਤੋਂ ਬਾਅਦ ਫਿਰ ਜੋ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਜਦੋਂ ਆਪਣਾ 14 ਦੇ ਵਿੱਚ ਸੱਚਖੰਡ ਪਿਆਨਾ ਕਰਦੇ ਨੇ, ਅਤੇ ਉਸ ਤੋਂ ਬਾਅਦ ਬਾਬਾ ਜੀ ਬਾਬਾ ਸੁਰਜੀਤ ਸਿੰਘ ਜੀ ਮਹਾਂਪੁਰਸ਼, ਜਿਨ੍ਹਾਂ ਦਾ ਜਨਮ ਇਸ ਇਸ ਕੰਬੋਕਿਆਂ ਦਾ ਹੈ, ਉਹ ਮਹਾਂਪੁਰਸ਼ਾਂ ਨੂੰ ਫਿਰ ਜਿਹੜੀ ਦਸਤਾਰਬੰਦੀ ਕੀਤੀ ਗਈ, ਉਹ ਸੇਵਾ ਸੰਭਾਲੀ ਉਹਨਾਂ ਨੇ। ਫਿਰ ਬਾਬਾ ਸੁਰਜੀਤ ਸਿੰਘ ਜੀ ਜਿਹੜੇ ਨੇ ਹੁਣ ਮੌਜੂਦਾ, ਉਹਨਾਂ ਦੇ ਦੇਖ ਰੇਖ ਹੇਠ ਇਹ ਦਾਸ ਵੀ ਕੰਮ ਕਰਦਾ ਹੈ, ਅਤੇ ਹੋਰ ਵੀ ਸੇਵਾਦਾਰ ਜਿਹੜੇ ਅਸੀਂ ਸਾਰੇ ਉਹਨਾਂ ਦੀ ਦੇਖ ਰੇਖ ਹੇਠ ਕੰਮ ਕਰਦੇ ਹਾਂ। ਅਤੇ ਜਿਹੜੀਆਂ ਸੇਵਾਵਾਂ ਨੇ, ਜਿਸ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਲੋਕਾਂ ਦੇ ਘਰਾਂ ਵਿੱਚ ਕਰਨ ਵਾਸਤੇ ਗ੍ਰੰਥੀ ਸਿੰਘ ਜਾਂਦੇ ਸਨ, ਅਤੇ ਆਉਣ ਜਾਣ ਦੀ ਬੜੀ ਮੁਸ਼ਕਿਲ ਹੁੰਦੀ ਸੀ। ਮਹਾਰਾਜ ਦਾ ਸਰੂਪ ਹੁੰਦਾ ਸਿਰ 'ਤੇ, ਅਤੇ ਫਿਰ ਰਸਤੇ ਵਿੱਚ ਇੱਕ ਤਾਂ ਮਿੱਟੀ ਘੱਟਾ, ਅਤੇ ਇੱਕ ਦੂਸਰਾ ਗਰਮੀ ਦੇ ਵਿੱਚ ਸੜਕਾਂ ਤਪਦੀਆਂ ਸਨ, ਨੰਗੇ ਪੈਰੀਂ ਜਾਣਾ ਪੈਂਦਾ ਸੀ, ਅਤੇ ਉਸ 'ਤੇ ਮਹਾਰਾਜ ਦਾ ਸਰੂਪ ਲੈ ਕੇ ਚੱਲਣਾ ਬੜਾ ਔਖਾ ਹੁੰਦਾ ਸੀ। ਫਿਰ ਉਹ ਸਾਰੀ ਸੰਗਤ ਨੇ ਮਿਲ ਕੇ ਇੱਕ ਅਸੀਂ ਇਹ ਚੀਜ਼ ਬਣਾਈ ਕਿ ਮਹਾਰਾਜ ਦੇ ਸਰੂਪ ਵਾਸਤੇ ਇੱਕ ਗੱਡੀ ਤਿਆਰ ਕੀਤੀ ਜਾਵੇ। ਫਿਰ ਸੰਗਤ ਨੇ ਇਹ ਸਾਰਾ ਉੱਦਮ ਉਪਰਾਲਾ ਕੀਤਾ, ਅਤੇ ਇੱਕ ਪਾਲਕੀ ਸਾਹਿਬ ਨਵੀਂ ਜੋ ਗੱਡੀ ਲੈ ਕੇ ਉਹਦੇ 'ਤੇ ਪਾਲਕੀ ਸਾਹਿਬ ਜਿਹੜੀ ਸੀ ਉਹ ਤਿਆਰ ਕਰਵਾਈ, ਜੋ ਅੱਜ ਵੀ ਮੌਜੂਦ ਆ। ਜੋ ਜਿੱਥੇ ਵੀ ਮਹਾਰਾਜ ਦਾ ਸਰੂਪ ਜਾਂਦਾ ਹੈ, ਨਗਰ ਦੇ ਵਿੱਚ ਜਿਹਦੇ ਵੀ ਘਰ ਜਾਂਦਾ ਹੈ, ਉਹ ਪਾਲਕੀ ਸਾਹਿਬ ਦੇ ਵਿੱਚ ਹੀ ਜਾਂਦਾ ਹੈ, ਅਤੇ ਪਾਲਕੀ ਸਾਹਿਬ ਦੇ ਵਿੱਚ ਹੀ ਮਹਾਰਾਜ ਦਾ ਸਰੂਪ ਆਉਂਦਾ ਹੈ। ਸੋ ਬਹੁਤ ਬਹੁਤ ਧੰਨਵਾਦ। ਇਹ ਸਾਡਾ ਬਾਬਾ ਬਲਵਿੰਦਰ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਢਾਬ ਸਾਹਿਬ, ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਨਗਰ ਮਾੜੀ ਕੰਬੋਕੇ,
ਸੋ ਇਸੇ ਤਰ੍ਹਾਂ ਹੀ ਹੋਰ ਵੀ ਪੰਥਕ ਸ਼ਖਸੀਅਤਾਂ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਮੈਨੂੰ ਦਿਓ ਇਜਾਜ਼ਤ। ਮੈਂ ਸੁਖਦੇਵ ਸਿੰਘ ਕੰਬੋਕੇ, ਕੈਮਰਾਮੈਨ ਵੀਰ ਗੁਰਜੰਟ ਸਿੰਘ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।